हेलो एवरीवन। आज का टॉपिक है बेटा एक्सरसाइज 10J स्केलर ट्रिपल प्रोडक्ट। स्केलर ट्रिपल प्रोडक्ट ਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਡੇ ਕੋਲ ਤਿੰਨ ਵੈਕਟਰਸ ਹੋਣਗੇ A B C ਦੈਨ ਦੀ ਸਕੇਲਰ ਪ੍ਰੋਡਕਟ ਆਫ A ਕ੍ਰੋਸ B ਵਿਦ C। ਮਤਲਬ ਆਪਾਂ ਇਹਦੇ ਵਿੱਚ ਕ੍ਰੋਸ ਤੇ ਡੋਟ ਦਾ ਰਿਲੇਸ਼ਨ ਕਰਦੇ ਹਾਂ। ਕ੍ਰੋਸ ਤੇ ਡੋਟ ਨੂੰ ਅਗਰ ਆਪਾਂ ਇਕੱਠਾ ਕਰਕੇ ਇਹਨਾਂ ਦੋਨਾਂ ਨੂੰ ਸੋਲਵ ਕਰੀਏ ਤਾਂ ਉਹ ਕੀ ਬਣ ਜਾਂਦਾ ਹੈ ਸਕੇਲਰ ਟ੍ਰਿਪਲ ਪ੍ਰੋਡਕਟ। ਤਾਂ A cross B with C is called scalar triple product। ਲਿਖਦੇ ਕਿਵੇਂ ਇਹਨੂੰ A cross B dot C ਜਾਂ ਇਹਨੂੰ ਐਵੇਂ cross product ਪਾ ਕੇ A B C ਇਕੱਠਾ ਲਿਖ ਦਿਓ। A cross B cross C ਹੈ ਤਾਂ A B C ਆਊਗਾ, ਅਗਰ B cross C cross A ਹੈ ਤਾਂ B C A ਆਊਗਾ। ਜਿਵੇਂ ਇੱਥੇ ਲਿਖਿਆ ਹੋਇਆ ਉਹੀ ਆਰਡਰ ਇੱਥੇ ਹੋਊਗਾ ਉਹਦਾ, ਠੀਕ ਹੈ। ਹੁਣ ਦੇਖੋ ਇਹਦੇ ਵਿੱਚ ਇੱਕ ਦੋ ਰਿਜ਼ਲਟਸ ਹੈ। ਇਹ ਕਹਿੰਦੇ ਅਗਰ ਕੋਈ ਵੀ ਦੋ ਵੈਕਟਰਸ ਅਗਰ ਇਕੁਅਲ ਹੋ ਜਾਣ ਤਾਂ A ਮਤਲਬ B ਵੀ ਆਪਣਾ A ਹੋ ਗਿਆ C ਤਾਂ ਉਹਦੀ ਸਕੇਲਰ ਟ੍ਰਿਪਲ ਪ੍ਰੋਡਕਟ 0 ਹੁੰਦੀ ਹੈ। ਦੇਖੋ ਸਕੇਲਰ ਟ੍ਰਿਪਲ ਪ੍ਰੋਡਕਟ ਦਾ ਮੈਥਡ ਕੀ ਹੁੰਦਾ ਕੱਢਣ ਦਾ, ਕਿ ਤਾਂ ਮੈਥਡ ਹੁੰਦਾ ਕਿ ਇਹਨੂੰ ਡਿਟਰਮੀਨੈਂਟ ਨਾਲ ਕਰ ਸਕਦੇ ਹਾਂ ਆਪਾਂ ਨੂੰ ਪਤਾ ਹੈ ਕਿ ਅਗਰ ਦੋ ਟਰਮਸ ਸੋਲਵ ਮਤਲਬ ਸੇਮ ਹੋ ਗਈਆਂ ਡੈਟ ਮੀਨਸ ਦੋ ਰੋ ਜਾਂ ਦੋ ਕੋਲਮ ਸੇਮ ਹੋ ਜਾਂਦੇ ਆ ਡਿਟਰਮੀਨੈਂਟ ਦੇ ਵਿੱਚ ਤਾਂ ਉਹਦਾ ਆਨਸਰ ਕਿਹਦੇ ਇਕੁਅਲ ਹੋ ਜਾਂਦਾ ਹੈ 0 ਤੇ। ਨਾਓ ਥਰਡ ਹੈ ਬੇਟਾ, ਸੈਕਿੰਡ ਹੈ ਇਫ ਅਗਰ ਆਪਣੇ ਕੋਲ ਕੋਈ ਵੀ ਦੋ ਵੈਕਟਰਸ ਪੈਰਲਰ ਹੈ ਜਾਂ ਕੋਪਲੇਨਰ ਹੈ ਤਾਂ ਉਹਨਾਂ ਦੀ ਵੀ ਸਕੇਲਰ ਟ੍ਰਿਪਲ ਪ੍ਰੋਡਕਟ ਕਿਹਦੀ ਇਕੁਅਲ ਹੁੰਦੀ ਹੈ 0 ਤੇ। ਇਫ ਟੂ ਵੈਕਟਰਸ ਆਰ either parallel or coplanar then scalar triple product of these vectors are equal to 0। A B C रीजन की है देखो अगर A पैरेलल हैगा B दे तो A इक्वल टू सम स्केलर इंटू B आ गया तो A की जगह ते M स्केलर है तो आप कॉमन कट सकते हैं। पिछे रह गया B B C, अगर दो वैक्टर सेम बन गए तो वह डिटरमिनेंट या स्केलर ट्रिपल प्रोडक्ट की इक्वल हो जाती है 0 दे। नाउ नेक्स्ट है बेटा इस तो बाद है कि आप स्केलर ट्रिपल प्रोडक्ट कट किवें सकते हैं। तो मैं पहला भी दस चुकी कि अगर अपने स्केलर ट्रिपल प्रोडक्ट कटनी है तीन वैक्टर्स की, तीन वैक्टर्स है अपने को बेटा देखो A B एंड C तो डिटरमिनेंट फाइंड आउट कर लो तो की बन जाती है स्केलर ट्रिपल प्रोडक्ट। तो स्केलर ट्रिपल प्रोडक्ट A B C कि इक्वल हो जाती है A1 A2 A3 B1 B2 B3 C1 C2 C3 का डिटरमिनेंट। ना बेटा एक स्केलर ट्रिपल प्रोडक्ट के ਇਹਨਾਂ ਦਾ ਸਾਈਕਲ ਇੰਪੋਰਟੈਂਟ ਹੁੰਦਾ ਹੈ। ਸਾਈਕਲ ਮਤਲਬ ਅਗਰ ਆਪਣੇ ਕੋਲ A B C ਤਿੰਨ ਵੈਕਟਰਸ ਹੈ ਲਾਈਨ ਵਾਈਜ਼ ਤਾਂ A B C ਦਾ ਕੱਢ ਲਓ ਸਕੇਲਰ ਟ੍ਰਿਪਲ ਪ੍ਰੋਡਕਟ ਜਾਂ B C A ਜਾਂ ਆਪਾਂ ਕੀ ਕਰ ਸਕਦੇ ਹਾਂ C A B। ਮਤਲਬ ਸਾਈਕਲ ਜਾਂ ਤਾਂ A B C ਜਾਂ B C ਨਾਲ ਆਪਾਂ A ਲੈ ਸਕਦੇ ਹਾਂ ਜਾਂ ਆਪਾਂ C ਦੇ ਨਾਲ A B ਲੈ ਸਕਦੇ ਹਾਂ। ਮਤਲਬ ਸਾਈਕਲ ਇੰਪੋਰਟੈਂਟ ਹੈ। ਇਹਦੇ ਵਿੱਚ A B C B C A ਐਂਡ C A B ਦੀ ਸਕੇਲਰ ਟ੍ਰਿਪਲ ਪ੍ਰੋਡਕਟ ਸੇਮ ਹੋਊਗੀ। बट इत्थे अगर A अगे हो गया C पिछे हो गया A C B बन गया तो इन्हों के इक्वल नहीं होगा। एक ये बेटा एक होर क्वेश्चन पूछ लेंगे वॉल्यूम ऑफ पैरेललिप्ट। वॉल्यूम ऑफ पैरेललिप्ट कि इक्वल होंगे स्केलर ट्रिपल प्रोडक्ट ऑफ थ्री वैक्टर्स A B C, ठीक है ना। इस तो बाद बेटा एक एग्जाम्पल नंबर 12 कराऊंगी, इंपॉर्टेंट है एग्जाम्पल, ये बेस पर काफ़ी क्वेश्चन भी होंगे अगे। देखो ये लिखा हुआ है कि A प्लस B प्लस C प्लस A का स्केलर ट्रिपल प्रोडक्ट है वो इक्वल कि है डबल टाइम ऑफ A B C। ਹੁਣ ਇਹਨੂੰ ਸੋਲਵ ਕਿਵੇਂ ਕਰਾਂਗੇ। ਹੁਣ ਦੇਖੋ ਸਕੇਲਰ ਟ੍ਰਿਪਲ ਪ੍ਰੋਡਕਟ ਦਾ ਮਤਲਬ ਹੈ ਜਾਂ ਤਾਂ ਡਿਟਰਮੀਨੈਂਟ ਨਾਲ ਸੋਲਵ ਕਰ ਲਓ, ਬਟ ਅਗਰ ਇਸ ਤਰ੍ਹਾਂ ਦੇ ਕੁਐਸਚਨਸ ਹੈ ਤਾਂ ਇਹਨਾਂ ਨੂੰ ਸਿੱਧਾ ਐਵੇਂ ਹੀ ਫਾਰਮੂਲਾ ਲਗਾ ਕੇ ਕਰ ਲਿਆ ਕਰੋ। ਹੁਣ ਇਹਦੇ ਵਿੱਚ ਕੀ ਹੁੰਦਾ ਸਕੇਲਰ ਟ੍ਰਿਪਲ ਪ੍ਰੋਡਕਟ ਦੇ ਵਿੱਚ ਕਿਸੇ ਵੀ ਦੋ ਵੈਕਟਰਸ ਦਾ ਕ੍ਰੋਸ ਤੀਜੇ ਨਾਲ ਕੀ ਹੋ ਜਾਂਦਾ ਡੋਟ। ਤਾਂ ਦੋ ਨੂੰ ਕ੍ਰੋਸ ਦੇ ਵਿੱਚ ਲਿਖ ਲਿਆ, ਤੀਜਾ ਡੋਟ ਦੇ ਵਿੱਚ, ਉਹ ਤੁਹਾਡੀ ਮਰਜ਼ੀ ਹੈ, ਤੁਸੀਂ ਇਹਨੂੰ ਡੋਟ 'ਚ ਲੈ ਸਕਦੇ ਹੋ, ਇਹਨਾਂ ਦੋਨਾਂ ਨੂੰ ਵੀ ਕ੍ਰੋਸ 'ਚ ਲੈ ਸਕਦੇ ਹੋ, ਆਨਸਰ ਸੇਮ ਹੀ ਆਊਗਾ। ਹੁਣ ਦੇਖੋ ਬੇਟੇ ਇਹਨੂੰ ਕਰਨਾ ਕਿਵੇਂ ਅੱਗੇ, A ਦੇ ਨਾਲ B ਕ੍ਰੋਸ ਹੋ ਗਿਆ, A ਦੇ ਨਾਲ C ਕ੍ਰੋਸ, ਫਿਰ B ਦੇ ਨਾਲ B ਕ੍ਰੋਸ ਦੇ ਵਿੱਚ, B ਦੇ ਨਾਲ C ਕ੍ਰੋਸ ਦੇ ਵਿੱਚ। B ਦੇ ਕ੍ਰੋਸ ਦੇ ਵਿੱਚ ਇਹ ਧਿਆਨ ਰੱਖਣਾ ਕਿ ਜੋ ਪਹਿਲਾ ਵੈਕਟਰ ਹੈ ਉਹ ਪਹਿਲਾਂ ਹੀ ਲਿਖਿਆ ਜਾਊਗਾ, ਜੋ ਬਾਅਦ ਵਿੱਚ ਆ ਰਿਹਾ ਬਾਅਦ ਵਿੱਚ ਲਿਖਿਆ ਜਾਊਗਾ, ਠੀਕ ਹੈ। ਬਿਕੋਜ਼ ਜਿਹੜੇ ਕ੍ਰੋਸ ਪ੍ਰੋਡਕਟ ਹੁੰਦੇ ਆ ਉਹ ਕੋਮੂਟੇਟਿਵ ਨਹੀਂ ਹੁੰਦੇ, ਮਤਲਬ A ਕ੍ਰੋਸ B ਜਾਂ B ਕ੍ਰੋਸ A ਲਿਖਦੀ ਹੈ ਤਾਂ ਦੋਨਾਂ ਦਾ ਆਨਸਰ ਡਿਫਰੈਂਟ ਹੋਊਗਾ, ਮਾਈਨਸ ਦਾ ਫਰਕ ਪੈ ਜਾਂਦਾ, ਠੀਕ ਹੈ। ਤਾਂ ਦੇਖੋ ਇਹਦੇ ਵਿੱਚ ਜਦੋਂ ਆਪਾਂ B ਕ੍ਰੋਸ B ਕਰਾਂਗੇ ਤਾਂ B ਕ੍ਰੋਸ B ਤਾਂ 0 ਹੁੰਦਾ ਤਾਂ ਮੈਂ ਨਹੀਂ ਲਿਖਿਆ, ਠੀਕ ਹੈ। ਇਹਦੇ ਵਿੱਚ ਨਾ ਹੁਣ ਇਹਨਾਂ ਦੀ ਬੇਟਾ ਡੋਟ ਕਰਨੀ ਹੈ C ਪਲਸ A ਦੇ ਨਾਲ, ਤਾਂ A ਕ੍ਰੋਸ B ਦੀ C ਨਾਲ, A ਕ੍ਰੋਸ B ਦੀ A ਨਾਲ, ਸੇਮ ਐਜ਼ A ਕ੍ਰੋਸ C ਦੀ C ਨਾਲ, A ਕ੍ਰੋਸ C ਦੀ A ਨਾਲ, B ਕ੍ਰੋਸ C ਦੀ C ਨਾਲ, B ਕ੍ਰੋਸ C ਦੀ A ਨਾਲ। ਤਾਂ ਫਸਟ ਬਣ ਗਿਆ ਇਹਨੂੰ ਇਕੱਠਾ ਕਰਕੇ A ਕ੍ਰੋਸ B ਡੋਟ C ਮਤਲਬ A B C ਦਾ ਸਕੇਲਰ ਟ੍ਰਿਪਲ ਪ੍ਰੋਡਕਟ, ਤਾਂ ਲਿਖ ਲਿਆ ਇਹਨੂੰ A B C। ਨੈਕਸਟ ਬਣ ਗਿਆ A B A, ਫਿਰ ਬਣ ਗਿਆ A C C A C A B C C B C A, ठीक है। ये ਜਿਹੜੇ ਵੀ ਦੋ ਵੈਕਟਰ ਸੇਮ ਹੈਗੇ ਉਹਨਾਂ ਦਾ ਆਨਸਰ 0, ਮਤਲਬ ਆ ਦਾ ਆਨਸਰ 0, ਇਹਦਾ ਆਨਸਰ 0, ਇਹਦਾ ਆਨਸਰ 0, ਇਹਦਾ ਆਨਸਰ 0, ਤਾਂ ਇੱਕ ਫਸਟ ਬਚਿਆ ਤੇ ਇੱਕ ਲਾਸਟ, ਠੀਕ ਹੈ। ਹੁਣ ਦੇਖੋ ਇਹ ਹੈਗਾ A B C, ਇਹ ਹੈਗਾ B C A, ਤਾਂ A B C ਐਂਡ B C A ਤੁਹਾਨੂੰ ਮੈਂ ਪਿੱਛੇ ਵੀ ਦੱਸਿਆ ਕਿ ਦੋਨੋਂ ਸੇਮ ਹੁੰਦੇ ਆ, ਤਾਂ B C A ਨੂੰ ਆਪਾਂ A B C ਵੀ ਲਿਖ ਸਕਦੇ ਹਾਂ, ਤਾਂ A B C ਪਲਸ A B C ਡਬਲ ਟਾਈਮ ਆਫ A B C ਤੁਹਾਡਾ ਪ੍ਰੂਵ ਹੋ ਗਿਆ, ਠੀਕ ਹੈ।
ਨਾ ਇਸ ਤੋਂ ਬਾਅਦ ਹੈ ਬੇਟਾ ਐਗਜ਼ਾਮਪਲ ਨੰਬਰ 13। ਇਹ ਵੀ ਹੈ ਮਤਲਬ ਈਜ਼ੀ ਹੈ, ਬਟ ਇੱਕ ਵਾਰ ਦੇਖ ਲਓ ਕਿਵੇਂ ਕਰਨਾ ਹੈ। ਇਹਦੇ ਵਿੱਚ AB+C+D ਨੂੰ ਇਹਦੇ ਇਕੁਅਲ ਪ੍ਰੂਫ ਕਰਨਾ ਹੈ, ਠੀਕ ਹੈ। ਤਾਂ ਹੁਣ AB+C+D ਸਕੇਲਰ ਟ੍ਰਿਪਲ ਪ੍ਰੋਡਕਟ ਹੈ, ਤਾਂ A ਡੋਟ B ਦੀ ਨਾਲ ਕ੍ਰੋਸ ਕਰਤੀ C+D ਦੀ, ਠੀਕ ਹੈ। B ਕ੍ਰੋਸ C ਅੱਡ ਕਰ ਲਿਆ, B ਕ੍ਰੋਸ D ਨੂੰ ਆਪਾਂ ਅੱਡ ਕਰ ਲਿਆ। ਤਾਂ ਫਿਰ A ਦੀ ਡੋਟ B ਕ੍ਰੋਸ C ਦੇ ਨਾਲ ਅੱਡ ਕਰ ਦਿਓ, A ਦੀ ਡੋਟ B ਕ੍ਰੋਸ D ਦੇ ਨਾਲ ਅੱਡ ਕਰ ਦਿਓ। ਇਹ ਬਣ ਜੂਗਾ ABC ਐਂਡ ਇਹ ਬਣ ਜੂਗਾ ABD। ਨਾ ਇਸ ਤੋਂ ਬਾਅਦ ਬੇਟਾ ਕੁਐਸਚਨਸ ਕਰਾਂਗੇ। ਕੁਐਸਚਨਸ ਮੈਂ ਸਾਰੇ ਕਰਵਾਉਂਗੀ, ਠੀਕ ਹੈ। ਇਹਦੇ ਵਿੱਚ ਅਗਰ ਕੋਈ ਡਾਊਟ ਹੋਇਆ ਤਾਂ ਬਾਅਦ ਵਿੱਚ ਪੁੱਛ ਸਕਦੇ ਹੋ। ਕੁਐਸਚਨ ਨੰਬਰ 2 ਤੋਂ ਸਟਾਰਟ ਕਰਾਂਗੇ। ਫਸਟ ਤਾਂ ਵੈਰੀ ਈਜ਼ੀ ਸੀਗਾ, ਇਸ ਲਈ ਤੁਸੀਂ ਖੁਦ ਕਰ ਲਿਓ। ਨਾ ਬੇਟਾ ਸੈਕਿੰਡ ਦੇ ਵਿੱਚ ਹੈ ਕਿ A ਡੋਟ B ਕ੍ਰੋਸ C ਫਾਈਂਡ ਕਰਨਾ ਹੈ। A ਡੋਟ B ਕ੍ਰੋਸ C ਦਾ ਮਤਲਬ ਹੈ ਕਿ ਆਪਾਂ ABC ਕੱਢਣਾ ਹੈ। ਆਪਾਂ ਨੂੰ A B ਐਂਡ C 3 ਵੈਕਟਰਸ ਗਿਵਨ ਹੈ। ਜਾਂ ਤਾਂ ਇਹਨੂੰ A ਕ੍ਰੋਸ ਮਤਲਬ ਜਿਵੇਂ ਲਿਖਿਆ ਉਵੇਂ ਕਰ ਲਓ, ਅਦਰਵਾਈਜ਼ ਅਗਰ ਟਰਮਸ ਐਵੇਂ ਆਪਾਂ ਨੂੰ ਗਿਵਨ ਹੈ ਨੂਮੈਰੀਕਲ ਦੀ ਫੋਰਮ ਦੇ ਵਿੱਚ, ਤਾਂ A B C ਦਾ ਸਕੇਲਰ ਟ੍ਰਿਪਲ ਫਾਈਂਡ ਆਊਟ ਕਰਨ ਦੇ ਲਈ ਤੁਸੀਂ ਡਿਟਰਮੀਨੈਂਟ ਫਾਈਂਡ ਆਊਟ ਕਰ ਸਕਦੇ ਹੋ। ਤਾਂ A ਵਾਲੇ ਪਹਿਲਾਂ ਲਿਖ ਲਏ, ਦੈਨ B ਵਾਲੇ, ਦੈਨ C ਵਾਲੇ। ਡਿਟਰਮੀਨੈਂਟ ਤੁਹਾਨੂੰ ਕੱਢਣਾ ਆਉਂਦਾ, ਡਿਟਰਮੀਨੈਂਟ ਕੱਢ ਕੇ ਉਹਦਾ ਆਂਸਰ ਆ ਗਿਆ -10। ਨਾ ਇਸ ਤੋਂ ਬਾਅਦ ਬੇਟਾ ਕੁਐਸਚਨ ਨੰਬਰ 3 ਹੈ, ਸ਼ੋ ਡੈਟ ਇਫ ਥੀਸ ਵੈਕਟਰਸ ਆਰ ਕੋਪਲੇਨਰ ਦੈਨ A B C ਆਰ ਆਲਸੋ ਕੋਪਲੇਨਰ। ਇਹ ਕਹਿੰਦੇ ਅਗਰ ਇਹ ਸਾਰੇ ਵੈਕਟਰਸ ਕੋਪਲੇਨਰ ਹੈਗੇ ਆ ਤਾਂ ਦੱਸੋ ਕਿ A B C ਵੀ ਕੋਪਲੇਨਰ ਹੋਊਗਾ। ਅਗਰ ਇਹ ਵੈਕਟਰਸ ਕੋਪਲੇਨਰ ਹੈ ਤਾਂ ਇੱਕ ਦੀ ਡੋਟ ਬਾਕੀਆਂ ਦੇ ਨਾਲ ਕੀ ਆ ਜਾਊਗਾ, ਕ੍ਰੋਸ। ਉਹ ਇਕੁਅਲ ਟੂ ਕਿਹਦੇ ਆ, 0 ਦੇ ਆਪਾਂ ਨੂੰ ਗਿਵਨ ਹੈ। ਆਪਾਂ ਕੀ ਪ੍ਰੂਫ ਕਰਨਾ ਇਹਦੇ ਵਿੱਚ ਕਿ A B C ਇਹ ਵੀ ਕਿਹਦੇ ਇਕੁਅਲ ਹੈ, 0 ਦੇ, ਠੀਕ ਹੈ। ਤਾਂ ਹੁਣ ਇਹਦੇ ਨਾਲ ਕੀ ਕਰਾਂਗੇ, ਇੱਕ ਨੂੰ ਡੋਟ ਲਿਖ ਲਿਆ, ਦੋ ਨੂੰ ਕ੍ਰੋਸ 'ਚ ਲਿਖ ਲਿਆ, ਠੀਕ ਹੈ। ਤਾਂ B ਦੇ ਨਾਲ C ਅੱਡ ਹੋ ਗਿਆ, B ਕ੍ਰੋਸ A, C ਕ੍ਰੋਸ C, C ਕ੍ਰੋਸ A। ਇਹਦੇ ਵਿੱਚ ਜਿਹੜਾ C ਕ੍ਰੋਸ C ਬਣੂਗਾ ਉਹ ਤਾਂ 0 ਹੀ ਬਣ ਜਾਊਗਾ, ਠੀਕ ਹੈ। ਤਾਂ ਕਿੰਨਾ ਬਣ ਗਿਆ ਬੇਟਾ, ਦੇਖੋ ਇਹਨੂੰ ਸੋਲਵ ਕਰਕੇ। ਪਹਿਲੇ ਵਾਲੀ ਟਰਮ ਉਵੇਂ ਪਈ ਹੈ, C ਕ੍ਰੋਸ C 0 ਪੁੱਟ ਕਰਤਾ। ਹੁਣ ਉਵੇਂ ਹੀ ਬਾਹਰ ਕੀ ਪਿਆ, A plus B, ਉਹਦੀ ਡੋਟ ਸਾਰਿਆਂ ਨਾਲ ਹੈ ਨਾ। ਤਾਂ A ਦੇ ਨਾਲ B ਕ੍ਰੋਸ C ਅੱਡ ਹੋ ਜਾਊਗਾ, A ਦੇ ਨਾਲ B ਕ੍ਰੋਸ A ਅੱਡ, A ਦੇ ਨਾਲ C ਕ੍ਰੋਸ A ਅੱਡ। ਸੇਮ ਐਸ B ਦੇ ਨਾਲ ਸਾਰੀਆਂ ਟਰਮਸ ਅਲੱਗ-ਅਲੱਗ ਹੋ ਗਈਆਂ, ਠੀਕ ਹੈ। ਤਾਂ ਫਸਟ ਬਣਿਆ A ਡੋਟ B ਕ੍ਰੋਸ C, ਤਾਂ ਇਹ ਹੋ ਗਿਆ ABC। A ਡੋਟ B ਕ੍ਰੋਸ A, ਇਹ ਤਾਂ 0 ਹੋ ਗਿਆ। ਸੇਮ ਵੈਕਟਰ 0, ਆ ਵੀ 0 ਹੋ ਜਾਊਗਾ, ਆ ਵੀ 0। ਇੱਕ ਲਾਸਟ ਬਚਿਆ ਨਾ, ਆਹ ਟਰਮ ਤੇ ਆਹ ਟਰਮ ਇਕੁਅਲ ਹੁੰਦੇ ਆ, ਤਾਂ BCA ਨੂੰ ਆਪਾਂ ABC ਲਿਖ ਸਕਦੇ ਹਾਂ। ABC ਡਬਲ ਆਫ ABC ਇਕੁਅਲ ਟੂ 0, 2 ਇਜ਼ ਨੋਨ ਜ਼ੀਰੋ ਨੰਬਰ, ਤਾਂ ABC ਕਿਹਦੇ ਇਕੁਅਲ ਆ ਗਿਆ, 0 ਦੇ। ਤਾਂ ABC ਕੋਪਲੇਨਰ ਹੋ ਗਿਆ, ਕਿਉਂਕਿ ਅਗਰ ਇਹਨਾਂ ਦਾ ਆਂਸਰ ਕਿਹਦੇ ਇਕੁਅਲ ਆ ਗਿਆ, 0 ਦੇ। ਨਾਓ 3rd ਤੋਂ ਬਾਅਦ ਬੇਟਾ ਕਰਾਂਗੇ ਆਪਾਂ ਕੁਐਸਚਨ ਨੰਬਰ 5th। ਕੁਐਸਚਨ ਨੰਬਰ 5th 'ਚ ਹੈ, ਸ਼ੋ ਡੈਟ ਦੀ ਫੋਲੋਇੰਗ ਵੈਕਟਰਸ ਆਰ ਕੋਪਲੇਨਰ। ਅਗਰ 3 ਵੈਕਟਰਸ ਨੂੰ ਕੋਪਲੇਨਰ ਪ੍ਰੂਵ ਕਰਨਾ ਹੈ ਤਾਂ ਉਹਨਾਂ ਦੀ ਸਕੇਲਰ ਟ੍ਰਿਪਲ ਪ੍ਰੋਡਕਟ ਕਿਹਦੀ ਇਕੁਅਲ ਪ੍ਰੂਵ ਕਰਨੀ ਪਊਗੀ, 0 ਦੇ। ਤਾਂ A B C ਦੀ ਸਕੇਲਰ ਟ੍ਰਿਪਲ ਪ੍ਰੋਡਕਟ ਕੱਢ ਲਈ, 1 -2 3 -2 3 -4। C ਵੈਕਟਰ ਹੈ 1 -3 5। ਡਿਟਰਮੀਨੈਂਟ ਬੇਟਾ ਤਾਂ ਸੋਲਵ ਕੀਤਾ, ਡਿਟਰਮੀਨੈਂਟ ਇਹਦਾ ਕਿਹਦੀ ਇਕੁਅਲ ਆ ਗਿਆ, 0 ਦੇ। ਅਗਰ ਇਹ ਵੈਕਟਰਸ ਦੀ ਸਕੇਲਰ ਟ੍ਰਿਪਲ ਪ੍ਰੋਡਕਟ 0 ਆ ਜਾਏ ਤਾਂ ਵੈਕਟਰਸ ਕੀ ਬਣ ਜਾਂਦੇ ਆ, ਕੋਪਲੇਨਰ, ਠੀਕ ਹੈ। ਨੈਕਸਟ ਹੈ ਬੇਟਾ, ਫੋਰਵਰਡ ਵੈਲਿਊ ਆਫ ਲੈਮਡਾ ਫੋਰ ਦੀ ਫੋਲੋਇੰਗ ਵੈਕਟਰਸ ਆਰ ਕੋਪਲੇਨਰ। ਕੁਐਸਚਨ ਨੰਬਰ 6th ਹੈ, ਅਗਰ ਆਪਾਂ ਨੂੰ ਕਿਹਾ ਹੋਇਆ ਕੋਪਲੇਨਰ ਹੈਗਾ, ਡੈਟ ਮੀਨਸ ਆਪਣਾ ਡਿਟਰਮੀਨੈਂਟ ਕਿਹਦੇ ਇਕੁਅਲ ਹੈਗਾ, 0 ਦੇ, ਆਪਾਂ ਨੂੰ ਗਿਵਨ ਹੈ, ਠੀਕ ਹੈ। ਹੁਣ A B C ਸਾਰੇ ਵੈਲਿਊਜ਼ ਡਿਟਰਮੀਨੈਂਟ ਦੇ ਵਿੱਚ ਪੁੱਟ ਕਰ ਦਾਂਗੇ ਆਪਾਂ। ਹੁਣ ਇਹਨਾਂ ਸਾਰੀਆਂ ਵੈਲਿਊਜ਼ ਨੂੰ ਡਿਟਰਮੀਨੈਂਟਸ ਦੀ ਫੋਰਮ ਦੇ ਵਿੱਚ ਪੁੱਟ ਕਰ ਦਿਓ, ਇਜ਼ ਇਕੁਅਲ ਟੂ 0 ਰੱਖ ਲਿਆ, ਬਿਕੋਜ਼ ਆਪਾਂ ਨੂੰ ਕੋਪਲੇਨਰ ਗਿਵਨ ਹੈ। ਡਿਟਰਮੀਨੈਂਟ ਫਸਟ ਰੋ ਨਾਲ ਕੱਢਿਆ ਆਪਾਂ ਨੇ, ਡਿਟਰਮੀਨੈਂਟ ਕੱਢ ਕੇ ਤੋਂ ਲੈਮਡਾ ਦੀ ਵੈਲਿਊ ਕਿਹਦੇ ਇਕੁਅਲ ਆ ਗਈ, 7 ਦੇ, ਠੀਕ ਹੈ। ਨਾਓ ਨੈਕਸਟ ਹੈ ਬੇਟਾ ਕੁਐਸਚਨ ਨੰਬਰ 7। ਕੁਐਸਚਨ ਨੰਬਰ 7th ਵਿੱਚ ਹੈ, ਸ਼ੋ ਡੈਟ 4 ਪੁਆਇੰਟਸ A B C D ਵਿਦ ਪੋਜੀਸ਼ਨ ਵੈਕਟਰਸ ਆਪਾਂ ਨੂੰ ਗਿਵਨ ਹੈ 4, ਰਿਸਪੈਕਟਿਵਲੀ ਆਰ ਕੋਪਲੇਨਰ। ਇਹ ਆਪਾਂ ਨੂੰ ਪ੍ਰੂਵ ਕਰਨਾ ਕਿ ਕੋਪਲੇਨਰ ਹੈ। 4 ਵਾਲਾ ਬੇਟਾ ਕੋਪਲੇਨਰ ਤੇ 3 ਵਾਲਾ ਵੈਸੇ ਆਲਰੇਡੀ ਆਪਾਂ ਕਰ ਚੁੱਕੇ ਹਾਂ, ਬਟ ਇੱਕ ਵਾਰੀ ਐਕਸਪਲੇਨ ਦੁਬਾਰਾ ਕਰਨੀ ਆ। ਦੇਖੋ ਅਗਰ 4 ਵੈਕਟਰਸ ਹੋਣ ਤਾਂ ਇਹਨਾਂ ਨੂੰ 3 ਵੈਕਟਰਸ 'ਚ ਕਨਵਰਟ ਕਰੋ। ਹੁਣ ਦੇਖੋ ਇਹ 4 ਵੈਕਟਰਸ ਆਰ ਕੋਪਲੇਨਰ, ਤਾਂ ਕੋਈ ਵੀ 3 ਵੈਕਟਰ ਜਿਵੇਂ ਮੈਂ A B B C C D ਇਹਨਾਂ ਦੀ ਸਕੇਲਰ ਟ੍ਰਿਪਲ ਪ੍ਰੋਡਕਟ 0 ਦੀ ਇਕੁਅਲ ਸ਼ੋ ਕਰੂੰਗੀ। ਤੁਸੀਂ A B B C C D ਦੀ ਜਗ੍ਹਾ 'ਤੇ C A C D ਦੀ ਜਗ੍ਹਾ A B B C C D ਜਾਂ D A ਵੀ ਲੈ ਸਕਦੇ ਹੋ, ਠੀਕ ਹੈ। ਤਾਂ ਹੁਣ ਸਭ ਤੋਂ ਪਹਿਲਾਂ A B ਕੱਢ ਲਾਂਗੇ। A B ਕੀ ਹੁੰਦਾ ਹੈ, ਪੋਜੀਸ਼ਨ ਵੈਕਟਰ ਆਫ B ਮਾਈਨਸ ਪੋਜੀਸ਼ਨ ਵੈਕਟਰ ਆਫ A। ਆ A ਹੋ ਗਿਆ A B A C D, ਤਾਂ B ਦੇ ਵਿੱਚੋਂ A ਵਾਲਾ ਘਟਾਤਾ ਤਾਂ ਆਪਣੇ ਕੋਲ A B ਵੈਕਟਰ ਆ ਗਿਆ। ਸੇਮ ਐਸ B C ਵੀ ਨਿਕਲ ਜੂਗਾ, ਪੋਜੀਸ਼ਨ ਵੈਕਟਰ ਆਫ C ਮਾਈਨਸ ਪੋਜੀਸ਼ਨ ਵੈਕਟਰ ਆਫ B। C ਦੇ ਵਿੱਚੋਂ B ਘਟਾਤਾ, C D ਨਿਕਲ ਜੂਗਾ, ਪੋਜੀਸ਼ਨ ਵੈਕਟਰ ਆਫ D ਮਾਈਨਸ ਪੋਜੀਸ਼ਨ ਵੈਕਟਰ ਆਫ C। ਤਾਂ A B B C C D ਆਪਣੇ ਕੋਲ ਨਿਕਲ ਗਏ। ਹੁਣ ਇਹਨਾਂ ਦੀ ਸਕੇਲਰ ਟ੍ਰਿਪਲ ਪ੍ਰੋਡਕਟ ਫਾਈਂਡ ਆਊਟ ਕਰ ਲਈ ਤਿੰਨਾਂ ਦੀ, A B B C ਤੇ C D ਦੀ। ਜਿਹੜੇ ਵੀ ਇੱਥੇ ਵੈਕਟਰਸ ਬਣੇ ਆ ਉਹ ਇੱਥੇ ਸਾਰੇ ਲਿਖਤੇ, ਉਹਨਾਂ ਦਾ ਡਿਟਰਮੀਨੈਂਟ ਕੱਢ ਕੇ 0 ਆ ਗਿਆ ਤਾਂ ਵੈਕਟਰਸ ਕੀ ਹੋ ਗਏ, ਕੋਪਲੇਨਰ।
ਨਾਓ ਇਹ ਬੇਟਾ ਦੱਸਿਆ ਸੀ ਮੈਂ ਵੋਲਿਊਮ ਆਫ ਪੈਰਾਲਿਪਟ ਕਹਿ ਦਿੰਦੇ ਆ ਹੂਜ਼ ਸਾਈਡਸ ਆਰ ਗਿਵਨ, 3 ਸਾਈਡਸ ਗਿਵਨ ਹੈ, ਇਹ A ਵੈਕਟਰ ਹੈ, ਇਹ B ਹੈ, C। ਤਾਂ ਵੋਲਿਊਮ ਆਫ ਪੈਰਾਲਿਪਟ ਕਿਹਦੇ ਇਕੁਅਲ ਹੁੰਦਾ ਹੈ A B C ਦਾ ਸਕੇਲਰ ਟ੍ਰਿਪਲ ਪ੍ਰੋਡਕਟ। ਤਾਂ A B C ਦਾ ਸਕੇਲਰ ਟ੍ਰਿਪਲ ਪ੍ਰੋਡਕਟ ਕਰ ਲਿਆ ਆਪਾਂ ਨੇ। ਫਸਟ I 11 I ਹੈ ਮਤਲਬ J ਤੇ K ਤੇ 0 ਹੈ, ਨੈਕਸਟ ਵਿੱਚ J ਗਿਵਨ ਹੈ, ਨੈਕਸਟ ਵਿੱਚ 13। ਤਾਂ ਅਗਰ ਆ ਸਾਰੀ ਟਰਮ 0 ਹੈ ਤਾਂ 11 2 ਐਂਡ 13 ਦੀ ਮਲਟੀਪਲਾਈ ਕਰਕੇ ਆਂਸਰ ਆ ਗਿਆ 286। ਠੀਕ ਹੈ। ਨਾਓ ਨੈਕਸਟ ਹੈ ਬੇਟਾ ਕੁਐਸਚਨ ਨੰਬਰ 11th। अपने को वेक्टर गिवन है A B and C। इफ C1 गिवन है then if C1 वेक्टर अपन गिवन है C1I C2J C3K and C1 1 है C2 2 है तो कहते C3 वेक्टर की होगा which makes A B C are coplanar। कि कहते C3 की वेक्टर होगा कि A B C की बन जान coplanar। मतलब आप लैके चलिए कि A B C if A B C are coplanar ਤਾਂ A ਦੀ ਵੈਲਿਊ B ਦੀ ਵੈਲਿਊ ਤੇ C ਦੀ ਵੈਲਿਊ ਡਿਟਰਮੀਨੈਂਟ ਦੇ ਵਿੱਚ ਪੁੱਟ ਕਰ ਦਿਓ। C1 ਦੀ ਜਗ੍ਹਾ ਤੇ 1 ਤੇ C2 ਦੀ ਜਗ੍ਹਾ ਤੇ 2 ਪੁੱਟ ਕਰਕੇ। ਠੀਕ ਹੈ। ਆ ਸਾਰੇ ਵੈਲਿਊਜ਼ ਪਹਿਲਾਂ ਡਿਟਰਮੀਨੈਂਟ ਦੇ ਵਿੱਚ ਪੁੱਟ ਕਰਤੀਆਂ। A ਦੀ ਜਗ੍ਹਾ ਤੇ A ਵਾਲੀ ਵੈਕਟਰ, B ਦੀ ਜਗ੍ਹਾ ਤੇ 1 0 1, C ਦੀ ਜਗ੍ਹਾ ਤੇ C1 1 ਦਿੱਤਾ ਹੋਇਆ, C2 2 C3 ਐਸਿਡ। डिटरमिनेंट इक्वल टू 0 रख लिया बिकॉज अगर कॉप्लेनर है तो C3 कितना आ गया अपने को 2। मतलब अगर C3 2 होगा तो वैक्टर्स आर कॉप्लेनर टू ईच अदर। ठीक है। नाउ नेक्स्ट है बेटा क्वेश्चन नंबर 13 च क्या ने प्रूव डैट फॉर एनी 2 वैक्टर्स A B तो A डॉट A क्रॉस B इज इक्वल टू 0 इज B डॉट A क्रॉस B इज इक्वल टू 0। हूँ कहते हैं अगर A डॉट A क्रॉस B अगर अपने को 0 है ਹੁਣ देखो A B ਇਹਨੂੰ ਐ ਲਿਖ ਸਕਦੇ ਹਾਂ। ਹੁਣ A B ਅਗਰ ਦੋ ਵੈਕਟਰਸ ਇਕੁਅਲ ਹੋਣ ਤਾਂ ਕੀ ਬਣ ਜਾਂਦੇ ਆ ਕੋਪਲੇਨਰ। ਤਾਂ ਡਿਟਰਮੀਨੈਂਟ ਉਹਦਾ ਕਿਹਦੀ ਇਕੁਅਲ ਹੋ ਜਾਂਦਾ 0 ਦੇ। B A B ਆ ਵੀ 0 ਦੇ ਇਕੁਅਲ ਹੋਣਗਾ ਬਿਕੋਜ਼ ਦੋ ਵੈਕਟਰਸ ਕੀ ਹੈ ਇਕੁਅਲ। ਠੀਕ ਹੈ। ਨਾउ 14th है इफ A B C आर परपेंडिकुलर टू ईच अदर तो शो करना है A डॉट B क्रॉस C दा होल स्केयर किहदे इक्वल है A स्केयर B स्केयर C स्केयर। देखो अगर A B C आर परपेंडिकुलर है तो A वैक्टर B दे है B C ते C A दे मतलब ये सारे आपस च परपेंडिकुलर है। अगर वैक्टर्स परपेंडिकुलर होंगे हैं तो उन्होंने डॉट प्रोडक्ट किहदे इक्वल होंगी है 0 दे। तो A डॉट B भी 0 B डॉट C भी 0 C डॉट A भी 0। हुण आपां नूं A B C वैक्टर नहीं गिवन तो लैट कर लिया A वैक्टर है A1I A2J A3K, B हैगा B1I B2J B3K, C हैगा C1I C2J C3K। A डॉट B 0 A ते B दी डॉट करांगे तो A1 B1 A2 B2 A3 B3 0 बन गया। B डॉट C करांगे तो B1 C1 B2 C2 B3 C3 भी 0। C डॉट A करांगे C1 A1 C2 A2 C3 A3 भी 0। ਹੁਣ ਇਹਨਾਂ ਦਾ ਡਿਟਰਮੀਨੈਂਟ ਮੈਗਨੀਟਿਊਡ ਵੀ ਕਰ ਲਓ। A ਦਾ ਮੈਗਨੀਟਿਊਡ ਕਿਹਦੇ ਇਕੁਅਲ ਹੋਊਗਾ A1 ਸਕੁਅਰ A2 ਸਕੁਅਰ A3 ਸਕੁਅਰ, B ਦਾ ਮੈਗਨੀਟਿਊਡ B1 ਸਕੁਅਰ B2 ਸਕੁਅਰ B3 ਸਕੁਅਰ, C ਦਾ ਮੈਗਨੀਟਿਊਡ C1 ਸਕੁਅਰ C2 ਸਕੁਅਰ C3 ਸਕੁਅਰ। ਠੀਕ ਹੈ। ਹੁਣ ਆਪਾਂ ਕੀ ਕਰਨਾ ਹੈ ਕਿ A ਡੋਟ B क्रॉस C ਦਾ ਸਕੇਲਰ ਟ੍ਰਿਪਲ ਪ੍ਰੋਡਕਟ ਕਰਨਾ ਹੈ ਤਾਂ ਦੋ ਵਾਰੀ ਕਰਨਾ ਹੈ मतलब ਦੋ ਵਾਰੀ ਡਿਟਰਮੀਨੈਂਟ ਕਰਨਾ ਪਊਗਾ ਆਪਾਂ ਨੂੰ ਇਹਦਾ। ਠੀਕ ਹੈ। ਹੁਣ ਦੇਖੋ ਬੇਟਾ ਦੋ ਵਾਰੀ ਡਿਟਰਮੀਨੈਂਟ ਕਿਵੇਂ ਹੋਇਆ A डॉट B क्रॉस C ਦਾ ਸਕੁਅਰ मतलब A B C ਦਾ ਸਕੁਅਰ A B C ਦੋ ਵਾਰੀ ਲਿਖਾਂਗੇ फस्ट A1 A2 A3 B1 B2 B3 C1 C2 C3 सेम ਇੱਥੇ ਵੀ ਲਿਖ ਲਿਆ। ਹੁਣ ਆਪਾਂ ਨੂੰ ਇੱਕ ਰਿਜ਼ਲਟ ਪੜਿਆ ਹੋਇਆ ਹੈ ਕਿ ਡਿਟਰਮੀਨੈਂਟ ਆਫ A ਤੇ ਡਿਟਰਮੀਨੈਂਟ ਉਹਦੇ ਟਰਾਂਸਪੋਜ਼ ਦਾ ਹਮੇਸ਼ਾ ਇਕੁਅਲ ਹੁੰਦਾ ਹੈ। ਤਾਂ ਇਸ ਟਰਮ ਦਾ ਟਰਾਂਸਪੋਜ਼ ਕਰ ਦਿਓ। अगर ट्रांसपोज करांगे ਇਹਦਾ ਤਾਂ फस्ट वाली तो एज इट उवें लिखी हुई है, सैकेंड वाली का ट्रांसपोज किया तो फस्ट वाला रो है वो कॉलम बन गया, सैकेंड रो सैकेंड कॉलम थर्ड रो थर्ड कॉलम। ठीक है। फिर डिटरमीनेंट ਦੇ ਵਿੱਚ ਇਹਨਾਂ ਦੀ ਮਲਟੀਪਲਾਈ ਕਰੋ ਤਾਂ ਮਲਟੀਪਲਾਈ ਕਿਵੇਂ ਹੁੰਦੀ ਹੈ ਉਵੇਂ A1 ਸਕੁਅਰ प्लस A2 ਸਕੁਅਰ प्लस A3 ਸਕੁਅਰ B1 A1 B2 A2 B3 A3 C1 A1 C2 A2 C3 A3 मतलब मैट्रिक्स मल्टीप्लाई कर ली। ਹੁਣ मैट्रिक्स मल्टीप्लाई ਕਰਨ ਤੋਂ ਬਾਅਦ फस्ट वाली टर्म ਨੂੰ ਤਾਂ 0 नहीं लिख सकते, सैकेंड वाली टर्म ਆਪਾਂ ਉੱਪਰ ਪਿੱਛੇ प्रूव की है कि अगर वैक्टर्स दिते हुए है कि परपेंडिकुलर है तो उतो A1 B1 A2 B2 A3 B3 0 के इक्वल है। तो इसकी जगह तो 0 सेम है, इसकी जगह तो भी 0, इस टर्म की जगह तो भी 0, इत्थे भी 0, इत्थे सारी जगह तो 0 हो गया। हुण देखो आ की बने अपना मैगनीट्यूड। आपां पिछे ਇਹਦਾ मैगनीट्यूड कढ़िया सीगा की सीगा अंडरूट A1 स्क्वेयर A2 स्क्वेयर A3 स्क्वेयर। अगर आप स्क्वेयरिंग कर दिए बोथ साइड तो A स्क्वेयर किहदे इक्वल आ जाऊगा A1 स्क्वेयर प्लस A2 स्क्वेयर प्लस A3 स्क्वेयर ते। तो फस्ट टर्म की जगह तो A स्क्वेयर नाउ इत्थे आ जाऊगा B स्क्वेयर, इत्थे आ गया C स्क्वेयर। तो इन्हां दी मल्टीप्लाई कर दो आपस दे विच तां की आंसर आ गया A स्क्वेयर B स्क्वेयर C स्क्वेयर। Now इस नंबर 15th क्वेश्चन है व्हाट कैन यू कंक्लूड अबाउट 4 नॉन जीरो वेक्टर्स A B C D given that A क्रॉस B डॉट C प्लस B क्रॉस C डॉट D इज इक्वल टू 0। ठीक है। ਹੁਣ ਇਹ ਕਹਿੰਦੇ ਇਹਨਾਂ ਦੀ ਆ ਚੀਜ਼ ਗਿਵਨ ਹੈ ਕਿ 0 ਤਾਂ ਦੱਸੋ A B C D ਕੀ ਹੋਣਗੇ। ਹੁਣ ਅਗਰ A क्रॉस B डॉट C 0 ਹੈ ਤਾਂ ਇਹਨੂੰ ਲਿਖ ਸਕਦੇ ਹਾਂ ਆਪਾਂ A B C ਦਾ ਸਕੇਲਰ ਟ੍ਰਿਪਲ ਪ੍ਰੋਡਕਟ
सेम एज इन्होंने भी लिख लिया BCD का स्केलर ट्रिपल प्रोडक्ट इक्वल टू 0। अगर दो वैक्टर्स का सम 0 है डैट मीन्स दोनों अलग अलग 0 हो गए। अगर ये दो वैक्टर्स अलग अलग 0 हो जाएंगे तो मतलब है कि ABC अगर 0 है डैट मीन्स ABC की है कोप्लेनर, BCD 0 है तो BCD भी कोप्लेनर है। तो दोनों का कंक्लूजन की बनया कि ABCD आर कोप्लेनर वैक्टर्स। नाउ नेक्स्ट है बेटा सिंप्लीफाई करना है अपने 16th क्वेश्चन है कि B+C डॉट C क्रॉस A क्रॉस E क्रॉस B। ठीक है, ये तो मैं एग्जाम्पल कराई है सेम ਉਹਦੇ ਨਾਲ ਦੀ ਹੈ, ਵੈਸੇ ਇੱਕ ਵਾਰੀ ਦੁਬਾਰਾ ਕਰਾ ਦਿੰਨੀ ਆ। ਇਹਦੇ ਵਿੱਚ ਕੀ ਕਰਨਾ ਹੈ C क्रॉस A C क्रॉस B A क्रॉस A A क्रॉस B A क्रॉस A ਤਾਂ 0 ਹੋ ਜਾਊਗਾ ਤਾਂ ਟਰਮਸ ਰਹਿ ਗਈਆਂ, ਤਾਂ ਬਾਹਰ ਵਾਲੇ ਵੈਕਟਰ ਦਾ ਇਹਦੇ ਨਾਲ ਡੋਟ ਕਰ ਦਿਓ। B ਦੇ ਨਾਲ ਸਾਰੀਆਂ ਟਰਮਸ ਅਲੱਗ-ਅਲੱਗ ਹੋ ਜਾਣਗੀਆਂ, ਸੇਮ ਐਸ C ਦੇ ਨਾਲ ਵੀ ਸਾਰੀ ਟਰਮਸ ਦਾ ਡੋਟ ਅਲੱਗ-ਅਲੱਗ ਹੋ ਗਿਆ। ये बन गया BCA, हमारा वैक्टर 0 बिकॉज सेम है, आ भी 0 हो जाएगा, आ भी सेम वैक्टर है 0, ए भी 0, फर्स्ट एंड लास्ट बच जाएगा। ठीक है, फर्स्ट एंड लास्ट में जो तुम ऐड करोगे तो दोनों सेम वैक्टर्स है BCA CAB, BCA तो CAB दोनों ABC के इक्वल ही होंगे, तो ABC डबल ऑफ ABC। ठीक है, 17 द फर्स्ट सेम एज क्वेश्चन नंबर 16 ही है। ठीक है, ना बेटा 17 ਦਾ ਸੈਕਿੰਡ ਹੈ B-C क्रॉस C-A ਡੋਟ A-B। ਸੇਮ ਇਹਦੇ ਵਿੱਚ ਵੀ ਐਵੇਂ ਹੀ ਕਰਨਾ, ਉੱਥੇ ਪਲੱਸ ਸੀ ਇੱਥੇ ਮਾਈਨਸ ਹੈ, ਤਾਂ ਕੀ ਕਰੋਗੇ ਪਹਿਲਾਂ ਦੋਨਾਂ ਦੀ ਡੋਟ ਕ੍ਰੋਸ ਕਰ ਲਓ B-C ਤੇ C क्रॉस A, ਤਾਂ ਕੀ ਬਣ ਗਿਆ B क्रॉस C B क्रॉस A C क्रॉस C C क्रॉस A। सेम वैक्टर का क्रॉस 0 हो जाऊगा तो इन्ना हो गया। इन्ने वैक्टर की डोट करनी है A-B नाल, तो B क्रॉस C का A अड हो गया, B क्रॉस A का B अड, C क्रॉस A का A अड। सेम एज इन्हों की ए नाल हो गई, उवें इन्हों की बी नाल भी कर ली। सेम वैक्टर जिथे भी आए वो सारे 0 हो गए, एक फर्स्ट बचे एक लास्ट वाला। BCA नूं आपां ABC लिख सकते हैं, CAB नूं भी ABC, तो सेम बन गए, माइनस है तो आंसर किहदे इक्वल हो गया 0 दे। ठीक है, नाउ 18th भी बेटा सेम एज क्वेश्चन नंबर 17 का सैकेंड पार्ट है। ठीक है, नाउ 19th क्वेश्चन है फॉर एनी टू वैक्टर्स ABC शो डैट कि आ सारे कोप्लेनर है। सेम एज कोप्लेनर लिए इन्हों का आंसर कि इक्वल प्रूफ करना पऊगा 0 दे। ये भी वैसे 17 का सैकेंड पार्ट ही हो जाऊगा, बस थोड़ा देख लो किवें करना है। अगर ये कोप्लेनर है तो अपन प्रूफ करना है कि 0 है, तो इनू प्रूफ करने के लिए पहले 2 लै ली क्रॉस के, तीजा लै लिया डॉट के। वो भी A क्रॉस C अड हो गया, B क्रॉस C अलग अलग कर लिया, पिछे C माइनस ही उवें पे B क्रॉस B 0 हो गया, बाकी वैक्टर्स लिख लिए। हुण इन्हां सारियां C दे नाल अड करता, इन्हां सारियां A दे नाल अलग करता। सेम एज इत्थे भी सेम वैक्टर 0, फर्स्ट वाला तो उवें आ जाऊगा, आ भी 0 हो गया, सेम C 0 हो गया, A हो गया 0 C 0, फर्स्ट एंड लास्ट बच गया ना अपने को इहदे विच। फर्स्ट एंड लास्ट की वैल्यू बेटा उवें रख के ABC BCA बनिया, उत्थे उन्होंने भी ABC लिख सकते हैं, तो आंसर आ गया 0। 21st क्वेश्चन है इफ ABC आर 3 वैक्टर्स सच डैट कि उन्होंने सम 0 है, तो प्रूव करना है कि A क्रॉस B इक्वल है B क्रॉस C इज इक्वल है C क्रॉस A एंड हैज शो करना है कि कोप्लेनर है। ठीक है, हुण अपने को अगर सम 0 है तो दोनों साइड पर क्रॉस कर दो A दे नाल, A क्रॉस B A क्रॉस C, इधर हो गया 0, A क्रॉस A 0 हो गया, तो A क्रॉस B प्लस A क्रॉस C इक्वल हो गया 0 दे। तो A क्रॉस C आप अगर C क्रॉस A लिखांगे तो अगे माइनस आ जाऊगी, तो A क्रॉस B कि इक्वल आ गया C क्रॉस A दे। सिमिलरली अगर आप B नाल क्रॉस करांगे तो उत्थों की आ जाऊगा B क्रॉस C इक्वल है C क्रॉस A दे, तो A क्रॉस B भी C क्रॉस A दे इक्वल है, B क्रॉस C भी C क्रॉस A दे इक्वल है, तो तीनों की हो गया आपस दे विच इक्वल। तो सैकेंड प्रूफ करना है कि ABC इज इक्वल टू 0, गिवन है कि A प्लस B प्लस C 0 है। इतों आप ए की वैल्यू कढ़ सकते हैं, तो ए कि इक्वल आ गया माइनस B माइनस C दे। हुण आप ABC नूं सॉल्व करना बेटा, तो इनू लिख सकते हैं A डॉट B क्रॉस C। ए वैक्टर आप उपर कढ़ चुके, तो ए की जगह पर पुट हो जाऊगा माइनस B माइनस C डॉट B क्रॉस C। तो माइनस B नूं B क्रॉस C दे नाल अड कर दो, C नूं भी B क्रॉस C दे नाल अड कर देंगे, तो ये बन जाऊगा माइनस B C, ये हो गया C B C। सेम वैक्टर्स है तो स्केलर ट्रिपल प्रोडक्ट 0, इहदा भी 0, तो इक्वल टू 0 आ गया, तो A B C इज इक्वल टू 0, तो वैक्टर्स आर कोप्लेनर। बेटा इस 21 क्वेश्चन से सारे क्वेश्चन हो गए, अगर कोई डाउट होए तो बाद में पूछ लेना।